ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਜੀਵਨ ਦਰਸ਼ਨਾਂ ਦੇ ਵਿੱਚੋਂ ਕੁਛ ਕੁ ਜਿਹੜੀ ਵਿਚਾਰ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਿਵੇਂ ਆਮ ਕਰਕੇ ਆਪਾਂ ਦੇਖਦੇ ਹਾਂ ਕਿ ਜਿੱਥੇ ਇੱਕ ਈਰਖਾ ਜਿਹੜੀ ਹੈ ਨਾ ਉਹ ਇਨਸਾਨੀ ਹੁੰਦੀ ਆ ਤੇ ਦੂਸਰੀ ਈਰਖਾ ਜਿਹੜੀ ਆ ਉਹ ਧਾਰਮਿਕ ਵੀ ਹੁੰਦੀ ਆ। ਦੇਖੋ, ਇਨਸਾਨ ਇੱਕ ਦੂਸਰੇ ਨਾਲ ਈਰਖਾ ਵਸ ਹੋ ਕੇ ਇੱਕ ਦੂਸਰੇ ਨਾਲ ਬੈਰ ਵਿਰੋਧ ਭਾਵ ਰੱਖਦੇ ਆ। ਇਹ ਤਾਂ ਇੱਕ ਸੰਸਾਰੀ ਸੋਚ ਆ। ਪਰ ਧਰਮ ਦੇ ਖੇਤਰ ਦੇ ਅੰਦਰ ਵੀ ਆਪਾਂ ਦੇਖਦੇ ਹਾਂ ਕਿ ਜਿਹੜੇ ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਲੋਕੀ ਆ ਉਹ ਵੀ ਈਰਖਾ ਦੇ ਅਧੀਨ ਰਹਿੰਦੇ, ਈਰਖਾ ਵਸ ਹੁੰਦੇ ਆ। ਕਿਉਂਕਿ ਉਹ ਦੂਸਰੇ ਕਿਸੇ ਧਰਮੀ ਪੁਰਸ਼ ਦੀ ਚੜ੍ਹਦੀ ਕਲਾ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਉਹਨਾਂ ਨੂੰ ਸਹਾਰ ਨਹੀਂ ਸਕਦੇ, ਉਹਨਾਂ ਨੂੰ ਦੇਖ ਨਹੀਂ ਸਕਦੇ। ਜਿਵੇਂ ਸੰਤ ਮਹਾਂਪੁਰਖ ਬਾਬਾ ਮਸਕੀਨ ਸਿੰਘ ਜੀ ਦੱਸਦੇ ਹੁੰਦੇ ਸੀਗੇ ਕਿ ਜਦੋਂ ਉਹ ਸੰਤ ਬਲਵੰਤ ਹੋਣਾ ਦੇ ਸਮੇਂ ਦੇ ਵਿੱਚ ਉਹਨਾਂ ਦੇ ਸੇਵਾ ਦੇ ਅੰਦਰ ਜਦ ਉਹਨਾਂ ਦੀ ਸੰਗਤ ਕਰਦੇ ਹੁੰਦੇ ਸੀ, ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਇੱਕ ਹੋਰ ਸੇਵਕ ਜਿਹੜਾ ਸੰਤ ਬਲਵੰਤ ਹੋਣਾ ਦੀ ਵੀ ਸੇਵਾ ਕਰਦਾ ਹੁੰਦਾ ਸੀ। ਪਰ ਸੰਤ ਮਹਾਂਪੁਰਖ ਬਾਬਾ ਮਸਕੀਨ ਸਿੰਘ ਜੀ ਕਹਿੰਦੇ ਸੀ ਕਿ ਉਹ ਜਿਹੜਾ ਸੇਵਕ ਸੀਗਾ ਨਾ, ਮੇਰੇ ਨਾਲ ਅੰਦਰੋਂ ਬਹੁਤ ਜ਼ਿਆਦਾ ਈਰਖਾ ਰੱਖਦਾ ਸੀਗਾ ਅਤੇ ਮੈਨੂੰ ਇਸ ਤਰ੍ਹਾਂ ਸੰਤ ਬਲਵੰਤ ਸਿੰਘ ਦੇ ਕਰੀਬ ਦੇਖਦਿਆਂ ਕਹਿੰਦੇ ਉਹ ਚੱਲ ਨਹੀਂ ਸੀ ਸਕਦਾ। ਐਸਾ ਕਹਿੰਦੇ ਈਰਖਾਲੂ ਆਦਮੀ ਸੀਗਾ। ਇੱਕ ਵਾਰ ਕਹਿੰਦੇ ਕੀ ਹੋਇਆ ਕਿ ਉਹੋ ਹੀ ਜਿਹੜਾ ਈਰਖਾਲੂ ਵਿਅਕਤੀ ਸੀ ਸੰਤ ਬਲਵੰਤ ਸਿੰਘ ਹੋਣਾ ਨੂੰ ਜਦ ਪ੍ਰਸ਼ਾਦਾ ਪਾਣੀ ਛਕਾਉਣ ਲੱਗਾ ਅਤੇ ਮਹਾਂਪੁਰਖਾਂ ਵਾਸਤੇ ਜਦ ਜਲ ਲੈ ਕੇ ਆਇਆ ਅਤੇ ਕਹਿੰਦੇ ਉਹਨੂੰ ਸੋਧੀ ਨਹੀਂ ਰਹੀ ਵੀ ਇਹ ਜਲ ਜਿਹੜਾ ਜਿਹਦੇ ਨਾਲ ਹੱਥ ਧਵਾਈਦੇ ਆ ਇਹ ਜਲ ਠੰਡਾ ਕਿ ਗਰਮ ਆ। ਕਹਿੰਦੇ ਜਿਉਂ ਹੀ ਸੰਤ ਬਲਵੰਤ ਸਿੰਘ ਹੋਣਾ ਨੇ ਉਹਦੇ ਲਿਆਂਦੇ ਜਲ ਦੇ ਅੱਗੇ ਆਪਣੇ ਹੱਥ ਰੱਖੇ ਤਾਂ ਉਹਨੇ ਕੀ ਕੀਤਾ, ਉਹ ਜਿਹੜਾ ਜਲ ਸੀਗਾ ਉਹਨੂੰ ਦੇਖਿਆ ਨਹੀਂ, ਉਹ ਗਰਮ ਜਲ ਸੀ ਅਤੇ ਸੰਤ ਬਲਵੰਤ ਸਿੰਘ ਹੋਣਾ ਦੇ ਹੱਥਾਂ ਦੇ ਉੱਤੇ ਪਾ ਤਾ। ਜਿਉਂ ਹੀ ਹੱਥਾਂ 'ਤੇ ਪਾਇਆ ਉਹ ਗਰਮ ਜਲ ਦਾ ਸੇਕ ਜਦੋਂ ਸੰਤ ਬਲਵੰਤ ਸਿੰਘ ਹੋਣਾ ਲੱਗਾ ਸੀ ਅਤੇ ਸੰਤ ਬਲਵੰਤ ਸਿੰਘ ਨੇ ਰਸਨਾ ਦੇ ਵਿੱਚੋਂ ਯਕਦਮ ਇਹ ਬਚਨ ਨਿਕਲੇ, ਕਹਿੰਦੇ ਕੀ ਗੱਲ ਤੂੰ ਅੰਨਾ ਹੈਗਾ, ਤੈਨੂੰ ਠੰਡੇ ਅਤੇ ਗਰਮ ਪਾਣੀ ਦੀ ਪਛਾਣ ਨਹੀਂ ਵੀ ਕਿਸ ਪਾਣੀ ਦੇ ਨਾਲ ਹੱਥ ਧਵਾਈਦੇ ਆ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ, ਉਹ ਜਿਹੜਾ ਈਰਖਾਲੂ ਵਿਅਕਤੀ ਸੀ ਉਹ ਉਸੇ ਟਾਈਮ ਅੰਨਾ ਹੋ ਗਿਆ ਸੀਗਾ। ਉਹਦੀ ਨਜ਼ਰ ਜਿਹੜੀ ਸੀ ਉਸੇ ਟਾਈਮ ਅਲੋਪ ਹੋ ਗਈ ਅਤੇ ਉਹਨੇ ਫਿਰ ਉੱਚੀ ਚੀਕਾਂ ਮਾਰੀਆਂ ਸ਼ੁਰੂ ਕਰ ਦਿੱਤੀਆਂ ਕਿ ਮੇਰੀ ਨਜ਼ਰ ਚੱਲ ਗਈ, ਮੈਂ ਅੰਨਾ ਹੋ ਗਿਆ। ਇਹ ਘਟਨਾ ਸੰਤ ਮਸਕੀਨ ਜੀ ਕਹਿਣ ਲੱਗੇ ਮੇਰੇ ਸਾਹਮਣੇ ਵਾਪਰੀ। ਜਦੋਂ ਕਹਿੰਦੇ ਇਹ ਘਟਨਾ ਹੋਈ ਸੀ ਉਸ ਤੋਂ ਬਾਅਦ ਫਿਰ ਸੰਤ ਬਲਵੰਤ ਸਿੰਘ ਹੋਣੀ ਵੀ ਆਪ ਜਿਹੜੇ ਸੀ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਮੇਰੇ ਰਸਨਾ 'ਚੋਂ ਨਿਕਲਿਆ ਜਿਹੜਾ ਵਚਨ ਵਾ ਇਹ ਵਿਅਕਤੀ ਦੇ ਉੱਤੇ ਇੱਕਦਮ ਕਿਵੇਂ ਅਸਰ ਕਰ ਗਿਆ। ਪਰ ਫਿਰ ਸੰਤ ਬਲਵੰਤ ਸਿੰਘ ਨੂੰ ਸਮਝ 'ਚ ਢੇਰ ਨਹੀਂ ਲੱਗੀ ਕਿ ਇਹ ਬਚਨ ਮੇਰੇ ਨਹੀਂ, ਇਹ ਬਚਨ ਜਿਹੜੇ ਆ ਅਕਾਲ ਪੁਰਖ ਨੇ ਖੁਦ ਮੇਰੀ ਰਸਨਾ 'ਤੇ ਬੈਠ ਕੇ ਕਹੇ ਆ। ਕਿਉਂ? ਉਹ ਜਿਹੜਾ ਵਿਅਕਤੀ ਸੀਗਾ ਅੰਦਰੋਂ ਬੜਾ ਈਰਖਾ ਵਸ ਰਹਿੰਦਾ ਸੀਗਾ, ਈਰਖਾਲੂ ਹੁੰਦਾ ਸੀ, ਦੂਸਰੇ ਧਰਮ ਪੁਰਸ਼ਾਂ ਨੂੰ ਬੜੀ ਈਰਖਾਲੂ ਨਜ਼ਰ ਦੇ ਨਾਲ ਤੱਕਦਾ ਸੀਗਾ ਅਤੇ ਉਹਨਾਂ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਸੀ ਕਰ ਸਕਦਾ। ਇਸੇ ਕਰਕੇ ਇਹ ਜਿਹੜੀ ਸਜ਼ਾ ਸੀ ਉਸ ਨੂੰ ਇਸ ਤਰ੍ਹਾਂ ਸੰਤ ਬਲਵੰਤ ਸਿੰਘ ਹੋਣਾ ਦੀ ਰਸਨਾ ਤੋਂ ਪ੍ਰਾਪਤ ਹੋਈ ਸੀ। ਸੋ ਉਸ ਤੋਂ ਬਾਅਦ ਫਿਰ ਸੰਤ ਬਲਵੰਤ ਸਿੰਘ ਹੋਣੀ ਜਿਹੜੇ ਸੀ ਕਾਫੀ ਟਾਈਮ ਚੁੱਪ ਰਹੇ। ਫਿਰ ਉਹਨੇ ਕਿਹਾ ਵੀ ਚਲੋ ਕੋਈ ਨਹੀਂ, ਜੋ ਹੋਣਾ ਸੀ ਹੋ ਗਿਆ, ਪਰ ਹੁਣ ਜਿਹੜਾ ਨਿਕਲਿਆ ਬਚਨ ਉਹ ਵਾਪਸ ਤਾਂ ਹੋ ਨਹੀਂ ਸਕਦਾ। ਪਰ ਫਿਰ ਵੀ ਤੂੰ ਸਾਡੀ ਜਿਹੜੀ ਉਹ ਕਾਫੀ ਸਮੇਂ ਰਹਿ ਕੇ ਸਾਡੇ ਨਾਲ ਇਸ ਤਰ੍ਹਾਂ ਸੇਵਾ ਕੀਤੀ ਆ, ਅਸੀਂ ਫਿਰ ਵੀ ਤੇਰੇ ਵਾਸਤੇ ਅਰਦਾਸਾਂ ਕਰਾਂਗੇ। ਹੋ ਸਕਦਾ ਕਿ ਕਦੀ ਇਸ ਅਰਦਾਸਾਂ ਦਾ ਫਲ ਨਿਕਲੇ ਅਤੇ ਤੇਰੀ ਨਜ਼ਰ ਜਿਹੜੀ ਉਹ ਵਾਪਸ ਆ ਜਾਵੇ। ਇਸ ਤਰ੍ਹਾਂ ਨਾ ਸੰਤ ਕੁੰਦਨ ਸਿੰਘ ਜਿਹੜੇ ਮਹਾਂਪੁਰਖ ਨਾਨਕਸਰ ਕਲੇਰਾਂ ਵਾਲੇ ਸੀਗੇ, ਉਹਨਾਂ ਨੇ ਵੀ ਹੈ ਨਾ ਆਪਣੇ ਸਮੇਂ ਦੇ ਵਿੱਚ ਮਹਾਂਪੁਰਖ ਬਾਬਾ ਨੰਦ ਸਿੰਘ ਹੋਣਾ ਦੀ ਬੜੀ ਸੇਵਾ ਕੀਤੀ ਸੀ, ਬਾਬਾ ਈਸ਼ਰ ਸਿੰਘ ਹੋਣਾ ਦੀ ਸੇਵਾ ਕੀਤੀ ਸੀ। ਸੋ ਉਹ ਸੰਤ ਕੁੰਦਨ ਸਿੰਘ ਹੋਣਾ ਦੀ ਚੜ੍ਹਦੀ ਕਲਾ ਦੇਖ ਕੇ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਹੋਰ ਉੱਥੇ ਵਿਹੰਗਮ ਰਹਿੰਦੇ ਸੀਗੇ ਉਹ ਸੰਤ ਕੁੰਦਨ ਸਿੰਘ ਹੋਣਾ ਦੀ ਚੜ੍ਹਦੀ ਕਲਾ ਨੂੰ ਬਰਦਾਸ਼ਤ ਨਹੀਂ ਸੀ ਕਰਦੇ। ਸੋ ਉਹ ਇੰਨੇ ਈਰਖਾ ਵਸ ਹੋ ਕੇ ਸੰਤ ਕੁੰਦਨ ਸਿੰਘ ਹੋਣਾ ਦੇ ਨਾਲ ਆਮ ਕਰਕੇ ਆਡਾ ਲੈਂਦੇ ਰਹਿੰਦੇ ਸੀ। ਕਿਉਂਕਿ ਸੰਤ ਬਾਬਾ ਕੁੰਦਨ ਸਿੰਘ ਜੀ ਇਹ ਨਾਨਕਸਰ ਸੱਚਖੰਡ ਵਿਖੇ ਆਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੱਥੀਂ ਸੇਵਾ ਕਰਦੇ ਹੁੰਦੇ ਸੀ ਔਰ ਪੂਰੇ ਨਿਯਮ ਦੇ ਨਾਲ ਕਰਦੇ ਹੁੰਦੇ ਸੀ। ਕਦੀ ਵੀ ਸਮਾਂ ਜਿਹੜਾ ਹੈ ਨਾ ਉਹ ਨਾ ਉੱਪਰ ਨਾ ਥੱਲੇ, ਪੂਰੇ ਸਮੇਂ 'ਤੇ ਅੰਦਰ ਜਾਂਦੇ ਹੁੰਦੇ ਸੀ ਅਤੇ ਗੁਰੂ ਸਾਹਿਬਾਂ ਦੇ ਜਿਹੜੇ ਸੀਗੇ ਉਹ ਪ੍ਰਕਾਸ਼ ਕਰਦੇ ਹੁੰਦੇ, ਸੁੱਖ ਆਸਣ ਕਰਦੇ ਹੁੰਦੇ ਸੀ, ਅੰਦਰ ਆਸਣ ਵਿਛਾਉਂਦੇ ਹੁੰਦੇ ਸੀ। ਇਹ ਸਾਰੀ ਸੇਵਾ ਸੰਤ ਕੁੰਦਨ ਸਿੰਘ ਜੀ ਆਪਣੇ ਸਮੇਂ 'ਚ ਕਰਦੇ ਰਹੇ। ਇੱਕ ਵਾਰ ਕੀ ਹੋਇਆ ਕਿ ਜਿਹੜੇ ਈਰਖਾਲੂ ਸੱਜਣ ਸੀਗੇ ਹਨ ਉਹਨਾਂ ਨੇ ਕੀ ਕੀਤਾ, ਜਦੋਂ ਮਹਾਂਪੁਰਖਾਂ ਦੇ ਆਉਣ ਦਾ ਸਮਾਂ ਹੋਇਆ ਸੀ, ਸੱਚਖੰਡ ਦਾ ਜਿਹੜਾ ਦਰਵਾਜ਼ਾ ਸੀਗਾ ਹੈ ਨਾ ਉਸ ਨੂੰ ਅੰਦਰੋਂ ਬਾਹਰ ਜਿੰਦਰੇ ਮਾਰ ਦਿੱਤੇ ਤਾਂ ਜੋ ਸੰਤ ਕੁੰਦਨ ਸਿੰਘ ਹੋਣੀ ਉਹ ਅੰਦਰ ਜਾ ਕੇ ਨਿਯਮ ਅਨੁਸਾਰ ਸੇਵਾ ਨਾ ਕਰ ਸਕਣ।
ਪਰ ਜਿਉਂ ਹੀ ਬਾਬਾ ਕੁੰਦਨ ਸਿੰਘ ਜੀ ਜਿਹੜੇ ਸੀ ਆਪਣੇ ਸਮੇਂ ਦੇ ਨਾਲ ਸੱਚਖੰਡ ਸੇਵਾ ਕਰਨ ਆਏ ਤੇ ਉਹਨਾਂ ਨੇ ਕੀ ਦੇਖਿਆ, ਸਾਰੇ ਜਿਹੜੇ ਦਰਵਾਜ਼ੇ ਮੇਨ ਬੰਦ ਹੈਗੇ ਤੇ ਸਮਝਣ ਵਿੱਚ ਸੰਤ ਕੁੰਦਨ ਸਿੰਘ ਨੂੰ ਢੇਰ ਨਹੀਂ ਲੱਗੀ। ਪਰ ਮਹਾਂਪੁਰਖਾਂ ਨੇ ਉਸੇ ਟਾਈਮ ਸੱਚਖੰਡ ਕਮਰੇ ਦੀ ਜਿਹੜੀ ਅੰਦਰਲੀ ਕੰਧ ਸੀ ਉਹ ਟੱਪ ਕੇ ਆਪਣੀ ਜਿਹੜੀ ਸੇਵਾ ਸੀ ਪੂਰੀ ਕੀਤੀ ਤੇ ਕੰਧ ਟੱਪ ਕੇ ਬਾਹਰ ਨਿਕਲੇ। ਇਸ ਤਰ੍ਹਾਂ ਸੰਤ ਬਾਬਾ ਕੁੰਦਨ ਸਿੰਘ ਹੁਣੀ ਜਿਹੜੇ ਸੀਗੇ ਉਹ ਨਿਰਵਿਘਨ ਇਸ ਤਰ੍ਹਾਂ ਸੇਵਾ ਕਰਦੇ ਰਹੇ। ਪਰ ਜਿਹੜੇ ਈਰਖਾਲੂ ਸੱਜਣ ਸੀ ਉਹਨਾਂ ਨੇ ਦੇਖਿਆ ਵੀ ਸਾਡੀ ਜਿਹੜੀ ਕੀਤੀ ਕਰਾਈ ਸਕੀਮ ਆ ਧਰੀ ਧਰਾਈ ਰਹਿ ਗਈ। ਫਿਰ ਉਹਨਾਂ ਨੇ ਇੱਕ ਵਾਰ ਮਨ 'ਚ ਫੈਸਲਾ ਕੀਤਾ ਕਿ ਕਿਉਂ ਨਾ ਹੋ ਸਕੇ ਤਾਂ ਸੰਤ ਬਾਬਾ ਕੁੰਦਨ ਸਿੰਘ ਹੁਣਾਂ ਨੂੰ ਸਦਾ ਵਾਸਤੇ ਇਸ ਸੰਸਾਰ ਤੋਂ ਅਲਵਿਦਾ ਕਰਾ ਦਈਏ। ਇਸੇ ਸਕੀਮ ਦੇ ਤਹਿਤ ਉਹਨਾਂ ਦੁਸ਼ਟਾਂ ਨੇ ਇੱਕ ਵਾਰ ਸੰਤ ਬਾਬਾ ਕੁੰਦਨ ਸਿੰਘ ਜੀ ਜਦ ਸੇਵਾ ਵਾਸਤੇ ਆ ਰਹੇ ਸੀ, ਉਹਨਾਂ ਦੇ ਨਾਲ ਇੱਕ ਦੋ ਸੇਵਾਦਾਰ ਸੀ ਤੇ ਉਹਨਾਂ ਨੇ ਸੰਤ ਬਾਬਾ ਕੁੰਦਨ ਸਿੰਘ ਹੁਣਾਂ ਦੇ ਉੱਤੇ ਗੋਲੀ ਚਲਾ ਦਿੱਤੀ। ਜਦੋਂ ਗੋਲੀ ਚਲਾਈ ਤਾਂ ਸੰਤ ਬਾਬਾ ਕੁੰਦਨ ਸਿੰਘ ਜੀ ਦੇਖੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਵਾਲ ਬਚ ਗਏ, ਪਰ ਗੋਲੀ ਜਿਹੜੀ ਸੀ ਕੋਲੋਂ ਨਿਕਲ ਕੇ ਉਹਨਾਂ ਦੇ ਸੇਵਕ ਦੇ ਉੱਤੇ ਲੱਗੀ ਸੀ ਤੇ ਉਹ ਜਿਹੜਾ ਸੇਵਕ ਸੀਗਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਪਰ ਉਸ ਤੋਂ ਬਾਅਦ ਇਹ ਜਿਹੜੇ ਨਿੰਦਕ ਦੋਸ਼ੀ ਸੀਗੇ ਨਾ ਗੋਲੀ ਚਲਾ ਕੇ ਉੱਥੋਂ ਫਰਾਰ ਹੋ ਗਏ ਸੀ। ਪਰ ਫਿਰ ਵੀ ਸੰਤ ਬਾਬਾ ਕੁੰਦਨ ਸਿੰਘ ਹੋਣਾ ਨੇ ਸੇਵਾ ਨਹੀਂ ਛੱਡੀ। ਉਹ ਜਿਹੜੇ ਸੀ ਬਿਲਕੁਲ ਆਪਣੇ ਟਾਈਮ ਦੇ ਅਨੁਸਾਰ ਸੇਵਾ ਕਰਦੇ ਰਹਿੰਦੇ ਸੀ। ਉਸ ਤੋਂ ਬਾਅਦ ਉਹਨਾਂ ਦੁਸ਼ਟਾਂ ਦਾ ਜਿਨ੍ਹਾਂ ਨੇ ਗੋਲੀ ਚਲਾਈ ਸੀ ਉਹਨਾਂ ਦਾ ਤਾਂ ਜੋ ਬੁਰਾ ਹਾਲ ਹੋਇਆ ਹੀ ਹੋਇਆ। ਪਰ ਫਿਰ ਬਾਬਾ ਕੁੰਦਨ ਸਿੰਘ ਹੁਣਾਂ ਦੀ ਐਸੀ ਚੜ੍ਹਦੀ ਕਲਾ ਹੋਈ ਸੀ ਕਿ ਜੋ ਵੀ ਬਚਨ ਮੂੰਹੋਂ ਆਖਦੇ ਸੀ ਉਸੇ ਟਾਈਮ ਸੱਤ ਹੋ ਜਾਂਦਾ ਸੀਗਾ। ਜਿਵੇਂ ਇੱਕ ਬੀਬੀ ਦੱਸਦੀ ਹੈ ਕਿ ਸਾਡੇ ਮਾਤਾ ਪਿਤਾ ਜਿਹੜੇ ਸੀ ਸੰਤ ਬਾਬਾ ਕੁੰਦਨ ਸਿੰਘ ਹੁਣਾਂ ਦੇ ਸੇਵਾਦਾਰ ਸੀਗੇ ਤੇ ਇੱਕ ਵਾਰ ਕਹਿੰਦੇ ਮਹਾਂਪੁਰਖਾਂ ਨੇ ਬਚਨ ਕੀਤਾ ਕਿ ਇਹ ਤੁਹਾਡੀ ਜਿਹੜੀ ਬੱਚੀ ਆ ਇਹ ਸਮਾਂ ਪਾ ਕੇ ਜਹਾਜ਼ ਉਡਾਇਆ ਕਰੂਗੀ। ਕਹਿੰਦੇ ਵੀ ਉਹੀ ਗੱਲ ਹੋਈ, ਸਮਾਂ ਆਇਆ ਤੇ ਕਹਿੰਦੇ ਜਦੋਂ ਮੈਂ ਜਾਣ ਲੱਗੀ ਤਾਂ ਮੈਂ ਮਹਾਂਪੁਰਖਾਂ ਨੂੰ ਕਿਹਾ ਕਿ ਤੁਸੀਂ ਸਾਡੇ ਨਾਲ ਬਚਨ ਕੀਤਾ ਸੀ ਕਿ ਤੂੰ ਵੱਡੀ ਹੋ ਕੇ ਜਹਾਜ਼ ਉਡਾਉਂਗੀ। ਤਾਂ ਬਾਬਾ ਜੀ ਕਹਿਣ ਲੱਗੇ ਵੀ ਜਹਾਜ਼ ਤਾਂ ਤੂੰ ਜ਼ਰੂਰ ਉਡਾਉਂਗੀ, ਪਰ ਇੱਕ ਚੀਜ਼ ਦਾ ਖਿਆਲ ਰੱਖਣਾ, ਜਦੋਂ ਵੀ ਤੈਂ ਪਾਇਲਟ ਵਾਲੀ ਸੀਟ 'ਤੇ ਬਹਿਣਾ ਤੇ 5 ਵਾਰ ਸਭ ਤੋਂ ਪਹਿਲਾਂ ਖੜ ਕੇ ਧੰਨ ਗੁਰੂ ਨਾਨਕ ਸਾਹਿਬ ਕਹਿਣਾ ਹੈਗਾ। ਤੇ 5 ਵਾਰ ਖੜ ਕੇ ਧੰਨ ਗੁਰੂ ਨਾਨਕ ਸਾਹਿਬ ਕਹੂੰਗੇ ਤੇ ਤੇਰੀ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕਦੇ ਕੋਈ ਵਿਘਨ ਨਹੀਂ ਆਊਗਾ। ਫਿਰ ਉਹ ਬੱਚੀ ਕਹਿਣ ਲੱਗੀ ਕਿ ਮੈਂ ਇਹ ਜਿਹੜਾ ਬਚਨ ਮਹਾਂਪੁਰਖਾਂ ਦਾ ਸੀਗਾ ਸੱਤ ਕਰਕੇ ਮੰਨਿਆ, ਇਹ ਨਿਜ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਪਾਇਲਟ ਬਣੀ ਸੀ ਇਹ ਪੂਰਾ ਕੀਤਾ। ਪਰ ਅਚਨਚੇਤ ਇੱਕ ਵਾਰ ਕਹਿੰਦੀ ਕੀ ਹੋਇਆ ਸੀਗਾ ਕਿ ਮੇਰੀ ਜਿਹੜੀ ਸੀ ਫਲੈਟ ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਮਹਾਂਪੁਰਖਾਂ ਦਾ ਬਚਨ ਭੁੱਲ ਗਈ। ਉਸ ਤੋਂ ਬਾਅਦ ਕਹਿੰਦੀ ਵੀ ਮੈਂ ਪਾਇਲਟ ਦੀ ਸੀਟ 'ਤੇ ਬੈਠ ਕੇ ਜਿਹੜਾ ਸੀ ਜਹਾਜ਼ ਇਸ ਨੂੰ ਕਹਿੰਦੀ ਜਦ ਹਵਾ ਦੇ ਵਿੱਚ ਉੱਪਰ ਆਕਾਸ਼ ਨੂੰ ਉਡਾਇਆ, ਅਚਨਚੇਤ ਜਹਾਜ਼ ਜਿਹੜਾ ਸੀ ਪੂਰੀ ਸਪੀਡ ਨਾਲ ਅੱਗੇ ਗਿਆ ਤੇ ਅੱਗੋਂ ਜਿਹੜੇ ਸੀ ਕਹਿੰਦੇ ਮੈਨੂੰ ਸੰਦੇਸ਼ ਆ ਗਿਆ ਕਿ ਅੱਗੇ ਬੱਦਲ ਆ ਤੇ ਬੱਦਲਾਂ ਦੇ ਵਿੱਚ ਬਿਜਲੀ ਚਮਕ ਰਹੀ ਆ, ਇਸ ਕਰਕੇ ਤੁਹਾਡੇ ਜਹਾਜ਼ ਨੂੰ ਜਿਹੜਾ ਖਤਰਾ ਹੈਗਾ। ਕਹਿੰਦੇ ਜਦੋਂ ਇਹ ਗੱਲ ਹੋਈ ਸੀ ਉਹ ਲੜਕੀ ਕਹਿਣ ਲੱਗੀ ਕਿ ਮੈਂ ਥੋੜ੍ਹਾ ਮਨ 'ਚ ਘਬਰਾ ਗਈ ਕਿ ਜਹਾਜ਼ ਦੀ ਸਪੀਡ ਜ਼ਿਆਦਾ ਹੈਗੀ ਹੈ, ਜਹਾਜ਼ ਨੂੰ ਕਿਸੇ ਤਰ੍ਹਾਂ ਉੱਪਰ ਨੀਚੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਸਮਾਨੀ ਬਿਜਲੀ ਦੀ ਗੱਲ ਆ। ਅਸਮਾਨੀ ਬਿਜਲੀ ਜਿੰਨੀ ਥੱਲੇ ਨੂੰ ਆਉਂਦੀ ਆ ਉਨੀ ਉੱਪਰ ਨੂੰ ਵੀ ਜਾਂਦੀ ਆ। ਫਿਰ ਬੱਚੀ ਕਹਿਣ ਲੱਗੀ ਕਿ ਫਿਰ ਮੈਨੂੰ ਪਤਾ ਲੱਗ ਗਿਆ ਕਿ ਮੇਰੇ ਤੋਂ ਕੋਈ ਗਲਤੀ ਜ਼ਰੂਰ ਹੋਈ ਆ। ਅਚਨਚੇਤ ਯਾਦ ਆ ਗਿਆ ਕਿ ਬਾਬਾ ਕੁੰਦਨ ਸਿੰਘ ਹੁਣਾਂ ਨੇ ਜੋ ਬਚਨ ਮੇਰੇ ਨਾਲ ਕੀਤੇ ਸੀ ਮੈਂ ਉਹਨਾਂ ਦੇ ਬਚਨਾਂ ਨੂੰ ਭੁੱਲ ਗਈ। ਉਸੇ ਟਾਈਮ ਉਹ ਕਹਿਣ ਲੱਗੀ ਕਿ ਮੈਂ ਸੀਟ ਤੋਂ ਉੱਠ ਕੇ 5 ਵਾਰ ਧੰਨ ਗੁਰੂ ਨਾਨਕ ਸਾਹਿਬ ਆਖਿਆ ਸੀਗਾ ਤੇ 5 ਵਾਰ ਆਖ ਕੇ ਕਹਿੰਦੀ ਫਿਰ ਮੈਂ ਜਦ ਸੀਟ 'ਤੇ ਬੈਠੀ ਤੇ ਤਦ ਤੱਕ ਕਹਿੰਦੀ ਜਿਹੜਾ ਮੇਰਾ ਜਹਾਜ਼ ਸੀਗਾ ਉਸ ਅਸਮਾਨੀ ਬਿਜਲੀ ਜਿੱਥੇ ਚਮਕਦੀ ਸੀ ਬੱਦਲਾਂ ਦੇ ਵਿੱਚ ਚਲੇ ਗਿਆ। ਪਰ ਕਹਿੰਦੀ ਦੇਖੋ ਜਿਉਂ ਹੀ ਜਹਾਜ਼ ਮੇਰਾ ਬੱਦਲਾਂ 'ਚ ਗਿਆ ਅਸਮਾਨੀ ਬਿਜਲੀ ਚਮਕਣੀ ਬੰਦ ਹੋਈ, ਉਹਦੀਆਂ ਸਾਰੀਆਂ ਹਰਕਤਾਂ ਬੰਦ ਹੋ ਗਈਆਂ ਤੇ ਮੇਰਾ ਜਿਹੜਾ ਜਹਾਜ਼ ਸੀ ਸਹੀ ਸਲਾਮਤ ਉਹਨਾਂ ਬੱਦਲਾਂ ਨੂੰ ਚੀਰਦਾ ਹੋਇਆ ਸੇਫ ਜਗ੍ਹਾ ਵੱਲ ਨਿਕਲ ਗਿਆ ਸੀ। ਸੋ ਇਸੇ ਤਰ੍ਹਾਂ ਨਾ ਇੱਕ ਸੱਜਣ ਦੱਸਦੇ ਸੀਗੇ ਕਹਿੰਦੇ ਵੀ ਮੈਂ ਮਹਾਂਪੁਰਖ ਬਾਬਾ ਕੁੰਦਨ ਸਿੰਘ ਹੁਣਾਂ ਦੀ ਬੜੀ ਸਿਫਤ ਸੁਣੀ ਸੀ। ਉਹ ਕਹਿੰਦੇ ਵੀ ਇੱਕ ਵਾਰੀ ਮੈਨੂੰ ਕੰਮ ਸੀਗਾ ਤੇ ਮੈਂ ਬਾਬਾ ਕੁੰਦਨ ਸਿੰਘ ਹੁਣਾਂ ਦੇ ਦਰਸ਼ਨ ਕਰਨ ਆਇਆ। ਜਿਸ ਕਾਰਜ ਲਈ ਆਇਆ ਸੀ ਉਹ ਕਾਰਜ 20 ਸਾਲਾਂ ਤੋਂ ਕਹਿੰਦੇ ਸੰਪੂਰਨ ਨਹੀਂ ਸੀ ਹੋ ਰਿਹਾ, ਬੜੀਆਂ ਅਲਝਣਾਂ ਪੈ ਰਹੀਆਂ ਸੀ। ਕਹਿੰਦੇ ਵੀ ਮੈਂ ਸੋਚਿਆ ਵੀ ਚਲੋ ਹੋਵੇ ਨਾ ਮਹਾਂਪੁਰਖ ਬਾਬਾ ਕੁੰਦਨ ਸਿੰਘ ਹੁਣਾਂ ਦੇ ਨਾਲ ਇਹ ਜਿਹੜੇ ਬਚਨ ਵਾ ਇਸ ਕਾਰਜ ਦੇ ਸੰਬੰਧੀ ਸਾਂਝੇ ਕੀਤੇ ਜਾਣ। ਕਹਿੰਦੇ ਵੀ ਮੈਂ ਜਦੋਂ ਬਾਬਾ ਕੁੰਦਨ ਸਿੰਘ ਹੁਣਾਂ ਦੇ ਦਰਸ਼ਨ ਕਰਨ ਗਿਆ ਉਸ ਟਾਈਮ ਬੜੀ ਸੰਗਤ ਬਾਬਾ ਕੁੰਦਨ ਸਿੰਘ ਹੁਣਾਂ ਦੇ ਪਾਸ ਬੈਠੀ ਸੀ। ਕਹਿੰਦੇ ਵੀ ਮੈਂ ਮਨ 'ਚ ਸੋਚਿਆ ਵੀ ਇੱਥੇ ਤਾਂ ਸੰਗਤ ਬਹੁਤ ਆ, ਬਾਹਰ ਵੀ ਲੈਣਾ ਲੱਗੀਆਂ ਤੇ ਮੇਰੀ ਬਾਦੀ ਕਦ ਆਵੇਗੀ। ਤੇ ਮੈਂ ਕਹਿੰਦੇ ਮਨ 'ਚ ਸੋਚਿਆ ਚਲੋ ਹੋ ਸਕਦਾ ਅੱਜ ਦੇ ਦਿਨ ਸੰਗਤ ਜ਼ਿਆਦਾ ਹੋਵੇ, ਮੈਂ ਕਿਸੇ ਹੋਰ ਦਿਨ ਆ ਜਾਊਂਗਾ ਕਿਉਂਕਿ ਮੈਂ ਵੀ ਇੱਥੇ ਲਾਗੇ ਹੀ ਰਹਿੰਦਾ ਹੈਗਾ, ਬਾਕੀ ਸੰਗਤ ਤਾਂ ਦੂਰੋਂ ਦਰਾਡੋਂ ਆਉਂਦੀ ਆ ਤੇ ਮੈਂ ਫਿਰ ਆਪਣੀ ਗੱਲਬਾਤ ਦੇ ਵਿੱਚ ਵੀ ਸੰਤਾਂ ਦੇ ਨਾਲ ਸਾਂਝੀ ਕਰ ਸਕਦਾ। ਉਹ ਸੱਜਣ ਕਹਿਣ ਲੱਗੇ ਕਿ ਜਦੋਂ ਮੈਂ ਮੌਣ ਲੱਗਾ ਤੇ ਹਜੇ ਕਹਿੰਦੇ ਵੀ ਮੈਂ ਬਾਹਰ ਹੀ ਜਿਹੜਾ ਸੀਗਾ ਥੋੜ੍ਹੇ ਕਦਮ ਚੱਲੇ ਤੇ ਬਾਬਾ ਕੁੰਦਨ ਸਿੰਘ ਹੁਣਾ ਜਿਹੜੇ ਅੰਤਰਜਾਮੀ ਸੀ ਆਪਣਾ ਇੱਕ ਸਿੱਖ ਭੇਜਿਆ ਤੈਨੂੰ ਕਹਿਣ ਲੱਗੇ ਵੀ ਉਹ ਜਿਹੜੇ ਸੱਜਣਾ ਸਾਨੂੰ ਦੇਖ ਕੇ ਮੁੜ ਗਏ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ। ਕਹਿੰਦੇ ਵੀ ਉਹ ਜਿਹੜਾ ਸੇਵਕ ਸੀ ਮੇਰੇ ਪਾਸ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਤੁਹਾਨੂੰ ਸੰਤ ਕੁੰਦਨ ਸਿੰਘ ਹੁਣਾਂ ਨੇ ਬੁਲਾਇਆ ਹੈਗਾ। ਕਹਿੰਦੇ ਇੰਨੀ ਗੱਲ ਹੋਈ ਤਾਂ ਮੈਂ ਹੈਰਾਨ ਹੋ ਗਿਆ
ਤੇ ਮੇਰੀ ਖੁਸ਼ੀ ਦੇ ਅੰਦਰੋਂ ਹੱਦ ਵੀ ਨਹੀਂ ਰਹੀ। ਮਨ 'ਚ ਸੋਚਿਆ ਵੀ ਹਜੇ ਇੰਨੀ ਸੰਗਤ ਜਿਹੜੀ ਅੰਦਰ ਬੈਠੀ ਬਾਹਰ ਵੀ ਲੈਣੇ 'ਚ ਬੈਠੀ ਆ ਤੇ ਮਹਾਂਪੁਰਖਾਂ ਨੇ ਚੇਚਾ ਸੁਨੇਹਾ ਭੇਜ ਕੇ ਮੈਨੂੰ ਬੁਲਾ ਲਿਆ ਹੈਗਾ। ਖੈਰ ਕਹਿੰਦੇ ਮੈਂ ਉਹ ਸੇਵਕ ਸੱਜਣ ਦੇ ਨਾਲ ਬਾਬਾ ਕੁੰਦਨ ਸਿੰਘ ਹੁਣਾਂ ਦੇ ਪਾਸ ਚਲੇ ਗਿਆ। ਜਾ ਕੇ ਕਹਿੰਦੇ ਮੈਂ ਮੱਥਾ ਟੇਕਿਆ। ਮੱਥਾ ਟੇਕ ਕੇ ਬਾਬਾ ਜੀ ਕਹਿਣਗੇ ਕੀ ਗੱਲ ਤੂੰ ਵਾਪਸ ਮੁੜ ਚੱਲਾ ਸੀ? ਕਹਿੰਦੇ ਮੈਂ ਕਿਹਾ ਮਹਾਰਾਜ ਆਇਆ ਤਾਂ ਮੈਂ ਆਪ ਜੀ ਦੇ ਪਾਸ ਹੀ ਸੀਗਾ ਤੇ ਪਰ ਇੰਨੀ ਹੀ ਭੀੜ ਦੇਖ ਕੇ ਸੰਗਤ ਦੀ ਮੈਂ ਸੋਚਿਆ ਵੀ ਮੇਰੀ ਵਾਰੀ ਕਦ ਆਵੇਗੀ। ਇਸ ਕਰਕੇ ਮੈਂ ਸੋਚਿਆ ਚਲੋ ਸੰਗਤ ਤਾਂ ਦੂਰੋਂ ਦੂਰੋਂ ਆਉਂਦੀ, ਮੈਂ ਤਾਂ ਲਾਗੋਂ ਆਉਂਦਾ ਹੈਗਾ, ਇਸ ਕਰਕੇ ਮੈਂ ਫੇਰ ਕਿਤੇ ਆ ਜਾਊਂਗਾ। ਇਸ ਕਰਕੇ ਮੈਂ ਵਾਪਸ ਮੁੜ ਗਿਆ ਸੀ। ਸੰਤ ਕਹਿੰਦੇ ਚੱਲ ਕੋਈ ਗੱਲ ਨਹੀਂ, ਜਦੋਂ ਕਹਿੰਦੇ ਆਈਦਾ ਹੁੰਦਾ ਹੈ ਨਾ ਫਿਰ ਕਹਿੰਦੇ ਵਾਪਸ ਨਹੀਂ ਮੁੜੀਦਾ ਚਾਹੇ ਕੁਛ ਵੀ ਆਈਏ। ਕਿਉਂ ਜਿਵੇਂ ਗੁਰਬਾਣੀ ਦਾ ਫਰਮਾਨ ਆ, ਕਬੀਰ ਸਾਧ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ, ਪਾਸ਼ੇ ਪਾਉ ਨਾ ਦੀਜੇ ਆਗੇ ਹੋਸੇ ਹੋਏ। ਕਹਿੰਦੇ ਉਸ ਤੋਂ ਬਾਅਦ ਇਹ ਗੱਲ ਜਿਹੜੀ ਸੀ ਮੈਂ ਲੜ ਬਣ ਲਈ ਤੇ ਫਿਰ ਕਹਿੰਦੇ ਮੈਂ ਮੌਕਾ ਜਾਣ ਕੇ ਬਾਬਾ ਕੁੰਦਨ ਸਿੰਘ ਨੂੰ ਆਖਿਆ, ਮੈਂ ਕਿਹਾ ਮਹਾਂਪੁਰਖੋ ਮੈਂ ਆਪ ਜੀ ਦੇ ਨਾਲ ਇੱਕ ਗੱਲ ਸਾਂਝੀ ਕਰਨੀ ਆ। ਜਦ ਇੰਨੀ ਗੱਲ ਹੋਈ ਤੇ ਕਹਿੰਦੇ ਬਾਬਾ ਕੁੰਦਨ ਸਿੰਘ ਹੁਣਾਂ ਨੇ ਬੜੀ ਮਿਹਰ ਭਰੀ ਦ੍ਰਿਸ਼ਟੀ ਨਾਲ ਮੇਰੇ ਵੱਲ ਤੱਕਿਆ ਤੇ ਮੈਨੂੰ ਕਹਿਣ ਲੱਗੇ, ਕਹਿੰਦੇ ਭਾਈ ਜੋ ਵੀ ਤੂੰ ਗੱਲ ਕਰਨੀ ਹੈ ਨਾ ਜਾ ਕੇ ਸੱਚਖੰਡ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਕੇ ਕਰ ਲਾ। ਕਹਿੰਦੇ ਉਹਨੇ ਮੈਨੂੰ ਇਸ਼ਾਰਾ ਦੇ ਦਿੱਤਾ, ਬਸ ਫੇਰ ਕੀ ਸੀ। ਕਹਿੰਦੇ ਮੈਂ ਬਿਨਾਂ ਮਹਾਂਪੁਰਖਾਂ ਦੇ ਨਾਲ ਗੱਲਬਾਤ ਸਾਂਝੀ ਕਰਨ ਤੋਂ ਬਗੈਰ ਸੱਚਖੰਡ ਚਲੇ ਗਿਆ। ਉੱਥੇ ਜਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਅਰਦਾਸ ਕਰ ਦਿੱਤੀ। ਜਦ ਅਰਦਾਸ ਕਰਕੇ ਕਹਿੰਦੇ ਮੈਂ ਘਰ ਨੂੰ ਆਇਆ ਤੇ ਮੈਂ ਹੈਰਾਨ ਸੀਗਾ ਕਿ ਜਿਹੜਾ ਕੰਮ 20 ਸਾਲਾਂ ਦੇ ਵਿੱਚ ਸਫਲ ਨਹੀਂ ਹੋ ਸਕਿਆ, ਉਹ ਕਾਰਜ ਜਿਹੜਾ ਕਿ ਮੈਂ ਇੱਕੋ ਹੀ ਰਾਤ ਦੇ ਵਿੱਚ ਉਹ ਕਹਿੰਦੇ ਪੂਰਾ ਮੈਨੂੰ ਸਫਲਤਾ ਪੂਰਵਕ ਮੇਰਾ ਸਿੱਧ ਹੋ ਗਿਆ ਸੀਗਾ, ਮੈਨੂੰ ਪੂਰੀ ਸਫਲਤਾ ਮਿਲ ਗਈ ਸੀ। ਪਰ ਦੇਖੋ ਕਹਿੰਦੇ ਵੀ ਮੈਂ ਬਾਬਾ ਕੁੰਦਨ ਸਿੰਘ ਹੁਣਾਂ ਦੀ ਇਹ ਵਡਿਆਈ ਜਿਹੜੀ ਕਹਿੰਦੇ ਮੈਂ ਜ਼ਿੰਦਗੀ ਭਰ 'ਚ ਨਹੀਂ ਭੁੱਲ ਸਕਦਾ ਕਿ ਕਰਨ ਨੂੰ ਤਾਂ ਮਹਾਂਪੁਰਖ ਆਪ ਵੀ ਖੁਦ ਕਰ ਸਕਦੇ ਸੀ, ਪਰ ਕੀਤਾ ਬਾਬਾ ਕੁੰਦਨ ਸਿੰਘ ਹੁਣਾਂ ਨੇ। ਪਰ ਉਹਨਾਂ ਨੇ ਕਿਵੇਂ ਜਿਹੜੀ ਸੀ ਆਪਣੀ ਪ੍ਰਸਿੱਧੀ ਨੂੰ ਆਪਣੇ ਕੋਲੋਂ ਇੱਕ ਪਾਸੇ ਕਰਕੇ ਮੈਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਕਰ ਦਿੱਤਾ ਤੇ ਉਹਨਾਂ ਨਾਲ ਜੋੜ ਦਿੱਤਾ। ਇਹ ਬਾਬਾ ਕੁੰਦਨ ਸਿੰਘ ਹੁਣਾਂ ਦੇ ਜੀਵਨ ਦੇ ਬਹੁਤ ਸਾਰੇ ਐਸੇ ਰਹੱਸ ਹੈਗੇ ਆ ਜਿਨ੍ਹਾਂ ਰਹੱਸਿਆਂ ਦੇ ਨਾਲ ਬਾਬਾ ਕੁੰਦਨ ਸਿੰਘ ਹੁਣਾਂ ਦਾ ਜਿਹੜਾ ਜੀਵਨ ਆ ਉਹ ਬਹੁਤ ਉੱਚਾ ਤੇ ਸੁੱਚਾ ਜਿਹੜਾ ਉਹ ਸਾਰੀਆਂ ਸੰਗਤਾਂ ਨੇ ਆਪਣੀ ਅੱਖੀਂ ਤੱਕਿਆ ਸੀਗਾ। ਐਸੇ ਸੀ ਮਹਾਂਪੁਰਖ ਬਾਬਾ ਕੁੰਦਨ ਸਿੰਘ ਹੁਣੀ। ਸੋ ਦੱਸ ਇੰਨੇ ਹੀ ਬਚਨ ਬਾਬਾ ਕੁੰਦਨ ਸਿੰਘ ਹੁਣਾਂ ਦੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖੇਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।